ਮੇਰਾ ਮੂਡ ਪੂਰੀ ਤਰ੍ਹਾਂ ਖਰਾਬ ਸੀ। ਮੈਂ ਮੂੰਹ ਲਪੇਟ ਕੇ ਆਪਣੇ ਕਮਰੇ ਵਿੱਚ ਪਈ ਸੀ। ਇਸ ਦੌਰਾਨ ਪਿਤਾ ਜੀ ਮੇਰੇ ਕਮਰੇ ਵਿੱਚ ਆਏ ਤੇ ਕਹਿਣ ਲੱਗੇ, ਰਮਨ, ਤੂੰ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਣਾ ਦਿਲ ਕਿਉਂ ਖਰਾਬ ਕਰਦੀ ਹੈ? ਵਿਆਹ ਹੋ ਹੀ ਜਾਣਾ ਹੈ, ਕਿੰਨੀ ਕੁ ਵੱਡੀ ਗੱਲ ਹੈ। ਹੁਣ ਇਹ ਗੋਲੀਆਂ ਖਾਓ ਅਤੇ ਦੇਖੋ ਕਿੰਨੀ ਜਲਦੀ ਤੁਹਾਡਾ ਵਿਆਹ ਹੋਵੇਗਾ। ਮੈਂ ਆਪਣੇ ਪਿਤਾ ਵੱਲ ਅਜੀਬ ਨਜ਼ਰਾਂ ਨਾਲ ਦੇਖਿਆ। ਮੇਰੇ ਵਿਆਹ ਦਾ ਨੀਲੀਆਂ ਤੇ ਪੀਲੀਆਂ ਗੋਲੀਆਂ ਨਾਲ ਕੀ ਸੰਬੰਧ ਸੀ? ਪਾਪਾ ਨੇ ਜ਼ਬਰਦਸਤੀ ਮੈਨੂੰ ਬਿਠਾਇਆ ਅਤੇ ਕਹਿਣ ਲੱਗੇ, ਇੰਨਾ ਸੋਚਣ ਦੀ ਕੀ ਲੋੜ ਹੈ? ਮੈਂ ਤੁਹਾਡਾ ਪਿਤਾ ਹਾਂ ਅਤੇ ਮੈਂ ਜੋ ਵੀ ਕਰਾਂਗਾ ਤੁਹਾਡੇ ਫਾਇਦੇ ਲਈ ਹੀ ਕਰਾਂਗਾ। ਪਾਪਾ ਦੀਆਂ ਸਾਰੀਆਂ ਗੱਲਾਂ ਮੇਰੇ ਉੱਤੋਂ ਦੀ ਲੰਘ ਰਹੀਆਂ ਸਨ। ਪਿਤਾ ਜੀ ਦੀ ਜਿੱਦ ਅੱਗੇ ਮੈਨੂੰ ਝੁਕਣਾ ਪਿਆ, ਇਸ ਲਈ ਮੈਂ ਚੁੱਪਚਾਪ ਉਹ ਗੋਲੀਆਂ ਖਾ ਲਈਆਂ। ਮੈਂ ਪਿਤਾ ਜੀ ਨੂੰ ਪੁੱਛਿਆ ਕਿ ਇਹ ਕਿਹੋ ਜਿਹੀਆਂ ਗੋਲੀਆਂ ਹਨ ਅਤੇ ਤੁਸੀਂ ਇਹ ਕਿੱਥੋਂ ਲੈ ਕੇ ਆਏ ਹੋ? ਤਾਂ ਪਿਤਾ ਜੀ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਮੈਨੂੰ ਆਪਣੇ ਅਤੀਤ ਦੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਪਿਤਾ ਜੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ। ਪਤਾ ਨਹੀਂ ਮੇਰੀ ਕਿਸਮਤ ਵਿੱਚ ਕੀ ਲਿਖਿਆ ਸੀ। 38 ਸਾਲ ਦੀ ਉਮਰ ਵਿੱਚ ਵੀ ਮੈਂ ਆਪਣੇ ਪਿਤਾ ਦੇ ਘਰ ਬੈਠੀ ਸੀ, ਜਦੋਂ ਕਿ ਮੇਰੀ ਉਮਰ ਦੀਆਂ ਸਾਰੀਆਂ ਕੁੜੀਆਂ ਹੁਣ ਤੱਕ 4-4 ਬੱਚਿਆਂ ਦੀਆਂ ਮਾਵਾਂ ਬਣ ਚੁੱਕੀਆਂ ਸਨ। ਮੈਂ ਕਿਸੇ ਦੇ ਵਿਆਹ ਵਿੱਚ ਵੀ ਨਹੀਂ ਜਾਂਦੀ ਸੀ। ਮੈਂ ਆਪਣੇ ਘਰ ਵਿੱਚ ਲੁੱਕ ਕੇ ਬੈਠੀ ਰਹਿੰਦੀ ਸੀ। ਲੋਕਾਂ ਦੇ ਵਿਆਹ ਵਾਲੇ ਸਵਾਲਾਂ ਨੇ ਮੈਨੂੰ ਇੱਕ ਪਲ ਵੀ ਚੈਨ ਨਾਲ ਨਹੀਂ ਰਹਿਣ ਦਿੰਦੇ ਸਨ। ਹੁਣ ਤੱਕ ਪਤਾ ਨਹੀਂ ਕਿੰਨੇ ਲੋਕ ਮੇਰਾ ਰਿਸ਼ਤਾ ਲੈ ਕੇ ਆਏ, ਪਰ ਜਾਣ ਤੋਂ ਪਹਿਲਾਂ ਉਹ ਨਾ ਹੀ ਕਹਿੰਦੇ। ਕਦੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖ ਲੈਂਦੀ ਅਤੇ ਹੰਝੂ ਬਹਾਉਣ ਲੱਗ ਪੈਂਦੀ। ਕਈ ਵਾਰ ਮੈਂ ਆਪਣੇ ਪਿਤਾ ਨੂੰ ਜ਼ੋਰ ਦਿੰਦੀ ਸੀ ਕਿ ਉਹ ਮੇਰਾ ਰਿਸ਼ਤਾ ਕਿਸੇ ਨਾਲ ਵੀ ਕਰਵਾ ਦੇਣ। ਮੈਂ ਹੁਣ ਪਿਤਾ ਜੀ ਦੇ ਘਰ ਨਹੀਂ ਰਹਿਣਾ ਚਾਹੁੰਦੀ ਸੀ। ਹਰ ਕੁੜੀ ਦੀ ਤਰ੍ਹਾਂ ਮੇਰੀ ਵੀ ਇੱਛਾ ਸੀ ਕਿ ਮੇਰੀ ਜ਼ਿੰਦਗੀ 'ਚ ਕੋਈ ਅਜਿਹਾ ਆਦਮੀ ਹੋਵੇ ਜਿਸ ਨੂੰ ਮੈਂ ਆਪਣਾ ਕਹਿ ਸਕਾਂ ਅਤੇ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਾਂ। ਮੇਰੀ ਜ਼ਿੰਦਗੀ ਵਿੱਚ ਮੇਰੇ ਬੁੱਢੇ ਬਾਪ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਅਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਜੋ ਆਪਾਂ ਆਪਣੇ ਮਾਤਾ ਪਿਤਾ ਨਾਲ ਨਹੀਂ ਸਗੋਂ ਆਪਣੇ ਜੀਵਨ ਸਾਥੀ ਨਾਲ ਕਰ ਸਕਦੇ ਹਾਂ। ਪਰ ਉਹ ਜੀਵਨ ਸਾਥੀ ਸ਼ਾਇਦ ਮੇਰੀ ਕਿਸਮਤ ਵਿੱਚ ਨਹੀਂ ਲਿਖਿਆ ਸੀ। ਮੈਂ ਇਹਨਾਂ ਹਾਲਾਤਾਂ ਤੋਂ ਤੰਗ ਆ ਗਈ ਸੀ। ਜਦੋਂ ਵੀ ਮੈਂ ਆਪਣੇ ਪਿਤਾ ਨਾਲ ਵਿਆਹ ਦੀ ਗੱਲ ਕਰਦੀ ਸੀ ਜਾਂ ਕੋਈ ਰਿਸ਼ਤੇ ਵਾਲਾ ਇਨਕਾਰ ਕਰ ਜਾਂਦਾ ਸੀ ਤਾਂ ਮੇਰੇ ਪਿਤਾ ਮੇਰੇ ਕੋਲ 7 ਗੋਲੀਆਂ ਲੈ ਕੇ ਆ ਜਾਂਦੇ ਅਤੇ ਗੋਲੀਆਂ ਦੇਣ ਤੋਂ ਬਾਅਦ ਉਹ ਕਹਿੰਦੇ ਕਿ ਜਲਦੀ ਵੀ ਤੇਰਾ ਰਿਸ਼ਤਾ ਹੋ ਜਾਵੇਗਾ। ਕਈ ਵਾਰ ਮੈਨੂੰ ਲੱਗਦਾ ਹੈ ਕਿ ਉਮਰ ਦੇ ਨਾਲ ਪਿਤਾ ਦਾ ਦਿਮਾਗ ਵੀ ਖਰਾਬ ਹੋ ਗਿਆ ਹੈ। ਇਹਨਾਂ ਫਾਲਤੂ ਗੋਲੀਆਂ ਨੂੰ ਖਾ ਕੇ ਕਿਵੇਂ ਵਿਆਹ ਹੋ ਸਕਦਾ ਹੈ? ਜਦੋਂ ਤੱਕ ਪਿਤਾ ਜੀ ਮੇਰਾ ਰਿਸ਼ਤਾ ਕਿਸੇ ਚੰਗੀ ਥਾਂ ਤੇ ਨਹੀਂ ਕਰਦੇ ਤਦ ਤੱਕ ਇਹਨਾਂ ਗੋਲੀਆਂ ਨਾਲ ਕੁਝ ਨਹੀਂ ਹੋਣਾ। ਫਿਰ ਇੱਕ ਰਿਸ਼ਤਾ ਆਇਆ। ਉਸ ਬੰਦੇ ਦੀ ਘਰਵਾਲੀ ਉਸ ਨੂੰ ਛੱਡ ਕੇ ਚਲੀ ਗਈ ਸੀ। 5 ਸਾਲ ਹੋ ਚੁੱਕੇ ਸਨ ਅਤੇ ਉਸ ਦੀ ਇੱਕ ਧੀ ਵੀ ਸੀ। ਮੈਂ ਆਪਣੇ ਪਿਤਾ ਨੂੰ ਕਿਹਾ, ਮੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਮੇਰਾ ਰਿਸ਼ਤਾ ਇੱਥੇ ਕਰ ਦਿਓ। ਪਰ ਪਿਤਾ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਮੇਰਾ ਵਿਆਹ ਕਿਸੇ ਵਿਆਹੁਤਾ ਨਾਲ ਨਹੀਂ ਕਰਨਗੇ। ਪਿਤਾ ਜੀ ਦੀ ਇਸ ਗੱਲ ਤੇ ਮੈਨੂੰ ਬਹੁਤ ਗੁੱਸਾ ਆਇਆ। ਹੁਣ ਮੈਂ 16 ਸਾਲਾਂ ਦੀ ਮੁਟਿਆਰ ਨਹੀਂ ਸੀ ਜਿਸ ਲਈ ਤੁਸੀਂ ਮਨਪਸੰਦ ਦੇ ਰਿਸ਼ਤੇ ਲੱਭ ਰਹੇ ਹੋ। ਪਾਪਾ ਦੀ ਇਸ ਗੱਲ ਨੇ ਮੇਰੀ ਵਿਆਹ ਵਾਲੀ ਉਮਰ ਕੱਢ ਦਿੱਤੀ ਸੀ, ਪਰ ਪਿਤਾ ਜੀ ਨੂੰ ਅਜੇ ਤੱਕ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਸੀ। ਮੈਂ ਗੁੱਸੇ ਵਿੱਚ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ। ਕੁਝ ਦੇਰ ਵਿੱਚ ਪਿਤਾ ਜੀ ਮੇਰੇ ਕਮਰੇ ਵਿੱਚ ਆਏ ਅਤੇ ਜ਼ੋਰ ਨਾਲ ਦਰਵਾਜ਼ਾ ਖੜਕਾਉਣ ਲੱਗੇ। ਮੈਨੂੰ ਜ਼ਬਰਦਸਤੀ ਦਰਵਾਜ਼ਾ ਖੋਲ੍ਹਣਾ ਪਿਆ, ਪਰ ਮੈਂ ਸੋਚਿਆ ਸੀ ਕਿ ਮੈਂ ਆਪਣੇ ਪਿਤਾ ਨਾਲ ਗੱਲ ਨਹੀਂ ਕਰਾਂਗੀ। ਜਦੋਂ ਪਿਤਾ ਜੀ ਨੂੰ ਮੇਰੀਆਂ ਭਾਵਨਾਵਾਂ ਦੀ ਪਰਵਾਹ ਨਹੀਂ ਸੀ ਅਤੇ ਨਾ ਹੀ ਉਹਨਾਂ ਨੂੰ ਮੇਰੀ ਵੱਧਦੀ ਉਮਰ ਦਾ ਅਹਿਸਾਸ ਸੀ। ਮੈਂ ਪਿਤਾ ਜੀ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ। ਪਿਤਾ ਜੀ ਕਮਰੇ ਵਿੱਚ ਆਏ ਅਤੇ ਆ ਕੇ ਮੈਨੂੰ ਪਿਆਰ ਨਾਲ ਸਮਝਾਉਣ ਲੱਗੇ ਕਿ ਪੁੱਤਰ, ਤੇਰੀ ਕਿਸਮਤ ਵਿੱਚ ਬਹੁਤ ਚੰਗਾ ਮੁੰਡਾ ਲਿਖਿਆ ਹੈ। ਮੈਂ ਆਪਣੇ ਪਿਤਾ ਜੀ ਨੂੰ ਗੁੱਸੇ ਵਿੱਚ ਕਿਹਾ, ਜਦੋਂ ਮੈਂ ਬੁੱਢੀ ਹੋ ਜਾਵਾਂਗੀ ਉਦੋਂ ਮਿਲੂ ਮੈਨੂੰ ਚੰਗਾ ਮੁੰਡਾ, ਮੇਰੀ ਅੱਧੀ ਉਮਰ ਤਾਂ ਲੰਘ ਚੁੱਕੀ ਹੈ। ਪਾਪਾ ਨੇ ਫਿਰ ਉਹੀ 7 ਗੋਲੀਆਂ ਅਤੇ ਦੁੱਧ ਦਾ ਗਿਲਾਸ ਮੇਰੇ ਸਾਹਮਣੇ ਰੱਖ ਦਿੱਤਾ ਅਤੇ ਕਹਿਣ ਲੱਗੇ, ਇਹ ਪੀਓ, ਫਿਰ ਦੇਖੋ ਕਿੰਨਾ ਚੰਗਾ ਮੁੰਡਾ ਮਿਲੇਗਾ। ਮੈਂ ਆਪਣੇ ਪਿਤਾ ਨੂੰ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਹੁਣ ਇਹ ਗੋਲੀਆਂ ਨਹੀਂ ਖਾਣਾ ਚਾਹੁੰਦੀ। ਇੰਨੇ ਸਾਲਾਂ ਤੋਂ ਜਦੋਂ ਵੀ ਮੈਂ ਵਿਆਹ ਦਾ ਨਾਂ ਲਿਆ ਹੈ ਤੁਸੀਂ ਮੈਨੂੰ ਇਹ ਗੋਲੀਆਂ ਖਵਾ ਕੇ ਚੁੱਪ ਕਰਵਾ ਦਿੱਤਾ ਹੈ। ਪਰ ਉਹ ਕਹਿਣ ਲੱਗਾ ਕਿ ਗੋਲੀਆਂ ਨਾਲ ਕੁਝ ਨਹੀਂ ਹੋਵੇਗਾ, ਇਹ ਜਾਦੂ ਦੀਆਂ ਗੋਲੀਆਂ ਹਨ, ਇਸ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ। ਪਤਾ ਨਹੀਂ ਮੇਰੇ ਪਿਤਾ ਜੀ ਕਿਹੜੇ ਯੁੱਗ ਵਿੱਚ ਰਹਿ ਰਹੇ ਸਨ।
ਹੁਣ ਤੱਕ ਉਹਨਾਂ ਗੋਲੀਆਂ ਨਾਲ ਨਾ ਤਾਂ ਮੇਰੀ ਕਿਸਮਤ ਬਦਲੀ ਸੀ ਅਤੇ ਨਾ ਹੀ ਮੇਰਾ ਵਿਆਹ ਹੋਇਆ ਸੀ। ਅਜਿਹਾ ਨਹੀਂ ਸੀ ਕਿ ਰਿਸ਼ਤੇ ਮੇਰੇ ਲਈ ਨਹੀਂ ਆਏ, ਪਰ ਪਤਾ ਨਹੀਂ ਕਿਉਂ ਜੋ ਵੀ ਰਿਸ਼ਤਾ ਆਉਂਦਾ ਹਮੇਸ਼ਾ ਇਨਕਾਰ ਕਰ ਜਾਂਦੇ ਜਾਂ ਪਿਤਾ ਜੀ ਇਨਕਾਰ ਕਰ ਦਿੰਦੇ। ਸ਼ੁਰੂ ਵਿੱਚ ਜਦੋਂ ਮੇਰੇ ਪਿਤਾ ਨੇ ਮੈਨੂੰ ਇਹ ਗੋਲੀਆਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਮੈਨੂੰ ਬਹੁਤ ਹੈਰਾਨੀ ਹੋਈ, ਪਰ ਪਾਪਾ ਨੇ ਮੈਨੂੰ ਕਿਹਾ ਕਿ ਹਾਲਾਤਾਂ ਨੇ ਤੇਰੇ ਚਿਹਰੇ ਨੂੰ ਵਿਗਾੜ ਦਿੱਤਾ ਹੈ। ਇਹ ਗੋਲੀਆਂ ਤੇਰੀ ਸੁੰਦਰਤਾ ਵਧਾਉਣਗੀਆਂ ਤੇ ਤੇਰੇ ਚਿਹਰੇ ਤੇ ਦੁਬਾਰਾ ਚਮਕ ਆ ਜਾਵੇਗੀ। ਪਾਪਾ ਦੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਤੇ ਮੈਂ ਦੁੱਧ ਨਾਲ ਗੋਲੀਆਂ ਲਈਆਂ ਤੇ ਜਲਦੀ ਹੀ ਮੈਨੂੰ ਨੀਂਦ ਆ ਗਈ। ਪਰ 5 ਸਾਲ ਬਾਅਦ ਵੀ ਕਿਸਮਤ ਦਾ ਦਰਵਾਜ਼ਾ ਨਹੀਂ ਖੁੱਲਿਆ ਤੇ ਨਾ ਹੀ ਕੋਈ ਮੇਰੇ ਲਈ ਕੋਈ ਬਰਾਤ ਲੈ ਕੇ ਆਇਆ। ਹੁਣ ਮੇਰੀ ਉਮਰ ਲਗਭਗ 38 ਸਾਲ ਦੀ ਹੋ ਗਈ ਸੀ ਅਤੇ ਇੰਨੀ ਵੱਡੀ ਉਮਰ ਵਿੱਚ ਕਿਸੇ ਕੁੜੀ ਲਈ ਰਿਸ਼ਤਾ ਆਉਣਾ ਬਹੁਤ ਮੁਸ਼ਕਲ ਸੀ। ਇਸ ਲਈ ਮੇਰੀ ਉਮੀਦ ਟੁੱਟ ਗਈ। ਹਰ ਵਾਰ ਮੈਂ ਕਿਸੇ ਨਾ ਕਿਸੇ ਕੋਨੇ ਵਿੱਚ ਲੁਕ ਕੇ ਹੰਝੂ ਵਹਾਉਣ ਲੱਗ ਪੈਂਦੀ। ਮੈਂ ਆਪਣੇ ਪਿਤਾ ਨੂੰ ਕਿਹਾ ਸੀ ਕਿ ਜੇਕਰ ਹੁਣ ਮੇਰਾ ਰਿਸ਼ਤਾ ਨਾ ਹੋਇਆ ਤਾਂ ਮੈਂ ਆਪਣੀ ਜਾਨ ਦੇ ਦਿਆਂਗੀ। ਪਾਪਾ ਨੇ ਮੈਨੂੰ ਤਸੱਲੀ ਦਿੰਦਿਆਂ ਮੇਰੇ ਹੱਥ ਤੇ ਉਹੀ 7 ਗੋਲੀਆਂ ਰੱਖੀਆਂ ਤੇ ਮੈਨੂੰ ਖਾਣ ਨੂੰ ਕਿਹਾ। ਅਗਲੇ ਦਿਨ ਇੱਕ ਰਿਸ਼ਤੇ ਵਾਲੇ ਸਾਡੇ ਘਰ ਆਏ। ਲੜਕੇ ਦੀ ਭੈਣ ਵੀ ਨਾਲ ਆਈ ਹੋਈ ਸੀ। ਉਸ ਨੇ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ। ਇਹ ਗੱਲ ਮੇਰੇ ਲਈ ਬੜੀ ਹੈਰਾਨੀ ਵਾਲੀ ਸੀ। ਉਮਰ ਵਧਣ ਨਾਲ ਮੇਰੇ ਚਿਹਰੇ ਤੇ ਝੁਰੜੀਆਂ ਆਉਣੀਆਂ ਲੱਗ ਪਈਆਂ ਸੀ। ਮੈਂ ਸੋਚਿਆ ਕਿ ਉਸ ਦਾ ਭਰਾ ਮੇਰੇ ਤੋਂ ਵੱਡਾ ਹੋ ਸਕਦਾ ਹੈ ਜਾਂ ਸ਼ਾਇਦ ਪਹਿਲਾਂ ਹੀ ਵਿਆਹਿਆ ਹੋਇਆ, ਪਰ ਉਸਨੇ ਮੈਨੂੰ ਪਸੰਦ ਕਰ ਲਿਆ ਹੈ। ਪਰ ਜਿਵੇਂ ਹੀ ਇਹ ਤਸਵੀਰ ਮੇਰੇ ਹੱਥ ਆਈ ਮੈਂ ਹੈਰਾਨ ਰਹਿ ਗਈ। ਉਹ ਉਮਰ ਵਿੱਚ ਮੇਰੇ ਨਾਲੋਂ ਛੋਟਾ ਸੀ ਤੇ ਮੇਰੇ ਨਾਲੋਂ ਜਵਾਨ ਵੀ ਸੀ। ਤਸਵੀਰ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਸੀ, ਨਾ ਹੀ ਉਹਨਾਂ ਨੇ ਮੇਰੇ ਵਿੱਚ ਕੋਈ ਨੁਕਸ ਕੱਢਿਆ। ਇਸ ਲਈ ਉਹ ਬਾਰ-ਬਾਰ ਚਿੰਤਾ ਨਾਲ ਤਸਵੀਰ ਵੱਲ ਵੇਖ ਰਹੀ ਸੀ। ਅਤੇ ਫਿਰ ਉਹਨਾਂ ਲੋਕਾਂ ਦੇ ਜਾਣ ਤੋਂ ਬਾਅਦ ਜਦੋਂ ਮੈਂ ਆਪਣੇ ਪਿਤਾ ਨੂੰ ਇਹ ਕਿਹਾ ਤਾਂ ਮੇਰੇ ਪਿਤਾ ਜੀ ਨੇ ਹੱਸ ਕੇ ਕਿਹਾ ਕਿ ਤੁਹਾਡੀ ਕਿਸਮਤ ਖੁੱਲ੍ਹ ਗਈ ਹੈ ਅਤੇ ਹੁਣ ਤੈਨੂੰ ਇਸ ਤੋਂ ਪਰੇਸ਼ਾਨੀ ਹੋ ਰਹੀ ਹੈ। ਜਿਵੇਂ ਹੀ ਮੇਰੇ ਪਿਤਾ ਜੀ ਇਸ ਰਿਸ਼ਤੇ ਲਈ ਰਾਜ਼ੀ ਹੋਏ ਮੈਂ ਖੁਸ਼ੀ ਨਾਲ ਝੂਮ ਉੱਠੀ। ਪਾਪਾ ਦੀਆਂ ਗੋਲੀਆਂ ਨੇ ਕੰਮ ਕਰ ਦਿੱਤਾ ਸੀ। ਪਾਪਾ ਨੇ ਮਹੀਨੇ ਦੇ ਅੰਦਰ ਮੇਰੇ ਵਿਆਹ ਦੀ ਤਰੀਕ ਤੈਅ ਕਰ ਦਿੱਤੀ ਅਤੇ ਵਿਆਹ ਦੇ ਸਾਰੇ ਪ੍ਰਬੰਧ ਵੀ ਬੜੀ ਤੇਜ਼ੀ ਨਾਲ ਮੁਕੰਮਲ ਹੋ ਗਏ ਸਨ। ਮੇਰੇ ਪਿਤਾ ਜੀ ਨੇ ਮੈਨੂੰ ਆਪਣੇ ਹੱਥੀਂ ਵਿਦਾ ਕੀਤਾ ਅਤੇ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੈਂ ਆਪਣੇ ਪਿਤਾ ਦਾ ਘਰ ਛੱਡ ਕੇ ਸਹੁਰੇ ਘਰ ਦੀ ਦਹਿਲੀਜ਼ ਤੇ ਪਹੁੰਚ ਗਈ ਹਾਂ। ਮੈਂ ਲਾਲ ਜੋੜੇ ਵਿੱਚ ਦੁਲਹਨ ਬਣ ਕੇ ਬੈਠੀ ਸੀ ਅਤੇ ਮੇਰੀ ਉਮਰ ਜ਼ਿਆਦਾ ਸੀ, ਪਰ ਅਰਮਾਨ ਅੱਜ ਵੀ ਮੇਰੇ ਦਿਲ ਵਿੱਚ ਪਹਿਲਾਂ ਵਾਂਗ ਹੀ ਜਵਾਨ ਸਨ। ਇਹ ਮੇਰਾ ਪਹਿਲਾ ਵਿਆਹ ਸੀ ਅਤੇ ਮੈਂ ਵਿਆਹ ਨੂੰ ਲੈ ਕੇ ਕਈ ਸਾਲਾਂ ਤੱਕ ਧੀਰਜ ਰੱਖਿਆ ਸੀ ਅਤੇ ਅੱਜ ਜਦੋਂ ਉਹ ਰਾਤ ਆਈ ਮੈਂ ਖੁਸ਼ੀ ਨਾਲ ਪਾਗਲ ਹੋ ਰਹੀ ਸੀ। ਕਿੰਨੇ ਸਾਲਾਂ ਤੋਂ ਇਹ ਇੱਛਾ ਇੱਕ ਚੰਗਿਆੜੀ ਵਾਂਗ ਮੇਰੇ ਮਨ ਵਿੱਚ ਦਬੀ ਹੋਈ ਸੀ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਅਜਿਹਾ ਇਨਸਾਨ ਹੋਵੇ ਜੋ ਮੈਨੂੰ ਪਿਆਰ ਕਰੇ, ਜਿਸ ਲਈ ਮੈਂ ਸਭ ਕੁਝ ਹੋਵਾਂ ਅਤੇ ਜੋ ਮੇਰੇ ਲਈ ਸਾਰੀ ਦੁਨੀਆ ਦੇ ਸਾਹਮਣੇ ਖੜਾ ਹੋਵੇ। ਅਤੇ ਅੱਜ ਉਹ ਦਿਨ ਸੀ ਜਦੋਂ ਮੇਰੀ ਇਹ ਇੱਛਾ ਪੂਰੀ ਹੋ ਰਹੀ ਸੀ, ਕਿਉਂਕਿ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ। 38 ਸਾਲ ਦੀ ਉਮਰ ਵਿੱਚ ਦੁਲਹਨ ਬਣਨਾ ਇੱਕ ਵੱਖਰੀ ਗੱਲ ਸੀ ਅਤੇ ਮੈਂ ਬਾਰ-ਬਾਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਰਹੀ ਸੀ। ਮੇਰੇ ਦਿਲ ਵਿੱਚ ਕਈ ਸਵਾਲ ਉੱਠ ਰਹੇ ਸਨ ਕਿ ਕਿਤੇ ਮੈਂ ਬੁੜੀ ਤਾਂ ਨਹੀਂ ਲੱਗ ਰਹੀ। ਕਿਤੇ ਅਜਿਹਾ ਨਾ ਹੋ ਜਾਵੇ ਕਿ ਵਿਆਹ ਦੀ ਪਹਿਲੀ ਰਾਤ ਹੀ ਮੈਂ ਆਪਣੇ ਪਤੀ ਦੇ ਦਿਲ ਵਿੱਚ ਥਾਂ ਨਾ ਬਣਾ ਸਕਾਂ, ਉਹ ਮੈਨੂੰ ਬੁੱਢੀ ਨਾ ਸਮਝ ਲਵੇ। ਮੈਂ ਵਿਆਹ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਕਲਰ ਕਰਵਾ ਲਿਆ ਸੀ। ਜਿਵੇਂ ਹੀ ਮੈਨੂੰ ਦਰਵਾਜ਼ੇ ਤੇ ਆਵਾਜ਼ ਆਈ ਮੈਂ ਆਪਣੇ ਚਿਹਰੇ ਤੇ ਪਰਦਾ ਪਾ ਕੇ ਮੰਜੇ ਤੇ ਬੈਠ ਗਈ ਅਤੇ ਆਪਣੇ ਆਪ ਨੂੰ ਭਰੋਸਾ ਦਿਵਾਉਣ ਲੱਗੀ ਕਿ ਅਜਿਹਾ ਕੁਝ ਨਹੀਂ ਹੋਵੇਗਾ। ਮੈਨੂੰ ਕੁੜੀਆਂ ਵਾਂਗ ਸ਼ਰਮ ਤਾਂ ਨਹੀਂ ਆਈ, ਪਰ ਨੀਵੀਂ ਪਾ ਕੇ ਬੈਠ ਗਈ। ਕੋਈ ਜਜ਼ਬਾਤ ਉੱਠ ਰਹੇ ਸਨ। ਹਰਾਮ ਕਮਰੇ ਵਿੱਚ ਆ ਕੇ ਮੇਰੇ ਕੋਲ ਬੈਠ ਗਿਆ, ਪਰ ਉਸਨੇ ਨਾ ਤਾਂ ਮੇਰਾ ਪਰਦਾ ਚੁੱਕਿਆ ਅਤੇ ਨਾ ਹੀ ਕੁਝ ਦੇਰ ਮੇਰੇ ਨਾਲ ਗੱਲ ਕੀਤੀ। ਮੈਨੂੰ ਬਹੁਤ ਘਬਰਾਹਟ ਮਹਿਸੂਸ ਹੋਣ ਲੱਗੀ। ਉਹ ਉਮਰ ਵਿੱਚ ਮੇਰੇ ਤੋਂ ਛੋਟਾ ਸੀ। ਉਸ ਦੀ ਉਮਰ ਕਰੀਬ 34 ਸਾਲ ਹੈ। ਮੇਰੇ ਮਨ ਵਿੱਚ ਖਿਆਲ ਆ ਰਿਹਾ ਸੀ ਕਿ ਕਿਤੇ ਇਸ ਦੇ ਘਰ ਵਾਲਿਆਂ ਨੇ ਧੱਕੇ ਨਾਲ ਇਸ ਦਾ ਵਿਆਹ ਮੇਰੇ ਨਾਲ ਤਾਂ ਨਹੀਂ ਕਰ ਦਿੱਤਾ। ਉਸ ਨੇ ਮੇਰੇ ਨਾਲ ਜ਼ਬਰਦਸਤੀ ਵਿਆਹ ਤਾਂ ਨਹੀਂ ਕਰਵਾਇਆ। ਦਰਅਸਲ ਵਿਆਹ ਤੋਂ ਪਹਿਲਾਂ ਮੇਰੀ ਅਤੇ ਰਾਮ ਵਿਚਕਾਰ ਕੋਈ ਮੁਲਾਕਾਤ ਨਹੀਂ ਹੋਈ ਸੀ। ਤਸਵੀਰ ਵਿੱਚ ਸਿਰਫ ਅਸੀਂ ਇੱਕ ਦੂਜੇ ਨੂੰ ਦੇਖਿਆ। ਜਦੋਂ ਕੁਝ ਸਮਾਂ
ਜਦੋਂ ਕੁਝ ਸਮਾਂ ਉਸ ਦੇ ਮੂੰਹੋਂ ਕੋਈ ਸ਼ਬਦ ਨਾ ਨਿਕਲਿਆ ਤਾਂ ਮੈਂ ਆਪ ਹੀ ਪਰਦਾ ਚੁੱਕ ਲਿਆ। ਮੇਰੇ ਸਾਰੇ ਅਰਮਾਨ ਠੰਡੇ ਹੋ ਗਏ ਸਨ। ਮੈਨੂੰ ਅਹਿਸਾਸ ਹੋਇਆ ਕਿ ਇਹ ਵਿਆਹ ਉਸ ਨੇ ਮੇਰੇ ਨਾਲ ਜ਼ਬਰਦਸਤੀ ਕੀਤਾ ਸੀ। ਮੈਂ ਤੁਰੰਤ ਰਾਮ ਦਾ ਹੱਥ ਫੜ ਲਿਆ ਅਤੇ ਉਸ ਨੂੰ ਭਰੋਸਾ ਦਿਵਾਉਣਾ ਚਾਹਿਆ ਕਿ ਮੈਂ ਉਸ ਪ੍ਰਤੀ ਵਫਾਦਾਰ ਰਹਾਂਗੀ ਅਤੇ ਸਾਰੀ ਉਮਰ ਉਸ ਦੀ ਸੇਵਾ ਕਰਾਂਗੀ। ਮੈਨੂੰ ਇੱਕ ਮੌਕਾ ਦਿਓ। ਮੇਰੀ ਗੱਲ ਸੁਣ ਕੇ ਰਾਮ ਅਜੀਬ ਜਿਹੇ ਤਰੀਕੇ ਨਾਲ ਹੱਸਿਆ ਤੇ ਕਹਿਣ ਲੱਗਾ, ਤੁਹਾਨੂੰ ਮੌਕਾ ਦੇਣ ਦੀ ਕੀ ਲੋੜ ਹੈ? ਤੁਸੀਂ ਪਹਿਲਾਂ ਹੀ ਇੱਕ ਤਜਰਬੇਕਾਰ ਔਰਤ ਹੋ। ਉਸ ਦੀ ਇਹ ਗੱਲ ਸੁਣ ਕੇ ਮੈਂ ਸੋਚਿਆ ਸ਼ਾਇਦ ਉਹ ਮੇਰੀ ਉਮਰ ਦਾ ਤਾਨਾ ਮਾਰ ਰਿਹਾ ਹੈ, ਕਿਉਂਕਿ ਮੈਂ ਉਸ ਤੋਂ ਲਗਭਗ 4 ਸਾਲ ਵੱਡੀ ਸੀ ਅਤੇ ਇਸ ਕਾਰਨ ਮੈਂ ਸੋਚਿਆ ਕਿ ਉਹ ਮੈਨੂੰ ਨਹੀਂ ਅਪਣਾ ਸਕੇਗਾ। ਪਰ ਮਾਮਲਾ ਵੱਖਰਾ ਸੀ। ਉਸ ਨੇ ਆਪਣਾ ਮੋਬਾਈਲ ਫੋਨ ਕੱਢਿਆ ਅਤੇ ਸਕਰੀਨ ਦੇ ਕੁਝ ਬਟਨ ਦਬਾਉਣ ਤੋਂ ਬਾਅਦ ਜਿਵੇਂ ਹੀ ਆਪਣਾ ਫੋਨ ਮੇਰੇ ਸਾਹਮਣੇ ਰੱਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਸ ਦੇ ਮੋਬਾਈਲ ਦੀ ਸਕਰੀਨ ਤੇ ਮੇਰੀ ਫੋਟੋ ਸੀ ਅਤੇ ਜੋ ਦ੍ਰਿਸ਼ ਦਿਖਾਈ ਦੇ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਮੋਬਾਈਲ ਵਿੱਚ ਮੇਰੀ ਅਜਿਹੀ ਤਸਵੀਰ ਕਿਸ ਨੇ ਭੇਜੀ ਹੈ। ਮੈਂ ਹੰਝੂ ਭਰੀਆਂ ਅੱਖਾਂ ਨਾਲ ਉਸ ਵੱਲ ਵੇਖ ਕੇ ਪੁੱਛਿਆ, ਇਹ ਕੀ ਹੈ? ਤਾਂ ਉਹ ਨਫ਼ਰਤ ਨਾਲ ਕਹਿਣ ਲੱਗਾ, ਤੁਸੀਂ ਮੈਨੂੰ ਦੱਸੋਗੇ ਕਿ ਇਹ ਕੀ ਹੈ? ਮੇਰੇ ਕੋਲ ਤੁਹਾਡੀ ਅਜਿਹੀ ਤਸਵੀਰ ਹੈ ਅਤੇ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਇਹ ਕੀ ਹੈ? ਤੁਸੀਂ ਦੇਖੋ ਕਿ ਤੁਹਾਡੀ ਇਹ ਤਸਵੀਰ ਕਿਹੋ ਜਿਹੀ ਹੈ। ਇਸ ਵਿੱਚ ਕੀ ਦਿਖਾਈ ਦੇ ਰਿਹਾ ਹੈ? ਜੇ ਇਸ ਤਸਵੀਰ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਦੱਸ ਰਹੀ ਹੈ ਤੁਸੀਂ ਪਹਿਲਾਂ ਹੀ ਪੂਰੀ ਤਰ੍ਹਾਂ ਤਜਰਬੇਕਾਰ ਹੋ। ਜੇਕਰ ਮੈਂ ਇਹ ਤਸਵੀਰ ਵਿਆਹ ਤੋਂ ਪਹਿਲਾਂ ਦੇਖੀ ਹੁੰਦੀ ਤਾਂ ਮੈਂ ਤੁਹਾਡੇ ਨਾਲ ਵਿਆਹ ਕਦੇ ਵੀ ਨਹੀਂ ਕਰਵਾਉਣਾ ਸੀ। ਮੈਂ ਤੁਹਾਡੇ ਨਾਲ ਇਸ ਕਰਕੇ ਵਿਆਹ ਕਰਵਾਇਆ ਸੀ ਕਿ ਤੁਸੀਂ ਇੱਕ ਕੁਆਰੀ ਅਤੇ ਇੱਕ ਸਧਾਰਨ ਔਰਤ ਹੋ ਜਿਸ ਦਾ ਅਜੇ ਵਿਆਹ ਨਹੀਂ ਹੋਇਆ ਅਤੇ ਮੈਂ ਤੁਹਾਡੇ ਨਾਲ ਵਿਆਹ ਕਰਵਾਵਾਂਗਾ। ਅਸੀਂ ਇਕੱਠੇ ਵਧੀਆ ਜੀਵਨ ਬਤੀਤ ਕਰਾਂਗੇ। ਪਰ ਮੈਨੂੰ ਨਹੀਂ ਪਤਾ ਸੀ ਕਿ ਵਿਆਹ ਵਾਲੀ ਰਾਤ ਹੀ ਮੈਨੂੰ ਤੇਰੀ ਅਜਿਹੀ ਤਸਵੀਰ ਮਿਲ ਜਾਵੇਗੀ ਜਿਸ ਨੂੰ ਦੇਖ ਕੇ ਮੇਰੇ ਸਿਰ ਤੇ ਅਸਮਾਨ ਡਿੱਗ ਜਾਵੇਗਾ। ਤਸਵੀਰ ਦੇਖ ਕੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕੌਣ ਹੋ। ਅੱਜ ਰਾਤ ਤੁਸੀਂ ਚਿਹਰੇ ਤੇ ਪਰਦਾ ਪਾ ਕੇ ਬੈਠੇ ਹੋ ਜਿਵੇਂ ਤੁਸੀਂ ਬਹੁਤ ਹੀ ਸ਼ਰੀਫ ਹੋ। ਜੇ ਤੁਸੀਂ ਇਹ ਸਭ ਪਹਿਲਾਂ ਹੀ ਕਰ ਲਿਆ ਸੀ ਤਾਂ ਤੁਸੀਂ ਮੇਰੇ ਨਾਲ ਵਿਆਹ ਕਰਕੇ ਕੁਆਰੇ ਹੋਣ ਦਾ ਦਿਖਾਵਾ ਕਿਉਂ ਕੀਤਾ? ਰਾਮ ਦੀਆਂ ਗੱਲਾਂ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਮੈਂ ਚੁੱਪਚਾਪ ਉਸਦੇ ਚਿਹਰੇ ਵੱਲ ਦੇਖ ਰਹੀ ਸੀ। ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਅੱਜ ਜ਼ੁਬਾਨ ਸਾਥ ਦੇਣ ਨੂੰ ਤਿਆਰ ਨਹੀਂ ਸੀ। ਜੋ ਭਾਵਨਾਵਾਂ ਕੁਝ ਸਮਾਂ ਪਹਿਲਾਂ ਮੇਰੇ ਦਿਲ ਵਿੱਚ ਸਨ ਉਹ ਸਾਰੀਆਂ ਚਲੀਆਂ ਗਈਆਂ ਸਨ ਅਤੇ ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਕਹਾਂ। ਉਹ ਸਾਰੇ ਸ਼ਬਦ ਜੋ ਰਾਮ ਲਈ ਮੇਰੇ ਦਿਲ ਵਿੱਚ ਪਿਛਲੇ 1 ਮਹੀਨੇ ਤੋਂ ਸਨ ਉਹ ਸਾਰੇ ਕਿਤੇ ਗੁਆਚ ਗਏ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਤੀ ਨੂੰ ਮੇਰੀ ਅਜਿਹੀ ਤਸਵੀਰ ਕਿੱਥੋਂ ਮਿਲੀ ਸੀ, ਪਰ ਜੋ ਵੀ ਸੀ ਹੁਣ ਸਭ ਖਤਮ ਹੋ ਗਿਆ ਸੀ। ਮੇਰੀ ਅਜਿਹੀ ਤਸਵੀਰ ਦੇਖਣ ਤੋਂ ਬਾਅਦ ਰਾਮ ਮੈਨੂੰ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਰੱਖੇਗਾ ਅਤੇ ਇਸ ਚੀਜ਼ ਨੇ ਮੇਰੀ ਜਾਨ ਲੈ ਲਈ। ਬੜੀ ਮੁਸ਼ਕਲ ਨਾਲ ਕੋਈ ਚੰਗਾ ਰਿਸ਼ਤਾ ਮਿਲਿਆ ਸੀ ਅਤੇ ਪਹਿਲੀ ਰਾਤ ਹੀ ਸਭ ਕੁਝ ਮਿੱਟੀ ਵਿੱਚ ਮਿਲ ਗਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ। ਮੇਰੀ ਤਸਵੀਰ ਮੇਰੇ ਸਾਹਮਣੇ ਖੁੱਲੀ ਪਈ ਸੀ ਜਿਸ ਵਿੱਚ ਮੈਂ ਤਸਵੀਰ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਦੇਖ ਸਕੀ ਤੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ। ਅਸਮਾਨ ਮੇਰੇ ਸਿਰ ਤੇ ਡਿੱਗ ਗਿਆ ਸੀ। ਰਾਮ ਕਹਿਣ ਲੱਗਾ, ਤੂੰ ਤਾਂ ਧੋਖੇਬਾਜ਼ ਨਿਕਲੀ। ਰਾਮ ਦੇ ਇਹ ਸ਼ਬਦ ਮੇਰੀ ਰੂਹ ਨੂੰ ਛਲਣੀ ਕਰ ਰਹੇ ਸਨ। ਇਸ ਲਈ ਮੈਂ ਬਹੁਤ ਮੁਸ਼ਕਲ ਵਿੱਚੋਂ ਲੰਘ ਰਹੀ ਸੀ। ਪਹਿਲਾਂ ਮੈਨੂੰ ਜ਼ਿੰਦਗੀ ਵਿੱਚ ਕੰਢੇ ਹੀ ਮਿਲੇ ਸਨ। ਮੈਂ ਅੱਖਾਂ ਬੰਦ ਕਰਕੇ ਅਤੀਤ ਬਾਰੇ ਸੋਚ ਰਹੀ ਸੀ ਜਿੱਥੇ ਮੈਨੂੰ ਕੁਝ ਪਲਾਂ ਲਈ ਵੀ ਸ਼ਾਂਤੀ ਨਹੀਂ ਮਿਲੀ ਅਤੇ ਹੁਣ ਜਦੋਂ ਮੈਂ ਸ਼ਾਂਤੀ ਦਾ ਸਾਹ ਲੈਣ ਦਾ ਸਮਾਂ ਆਇਆ ਤਾਂ ਸਭ ਕੁਝ ਵਿਗੜ ਗਿਆ। ਮੇਰਾ ਨਾਮ ਕੋਮਲ ਹੈ ਅਤੇ ਮੈਂ ਪੰਜਾਬ ਨਾਲ ਸੰਬੰਧਿਤ ਹਾਂ। ਮੇਰੇ ਮਾਤਾ ਪਿਤਾ ਬਹੁਤ ਚੰਗੇ ਅਤੇ ਪਿਆਰ ਕਰਨ ਵਾਲੇ ਸਨ, ਪਰ ਫਿਰ ਕਿਸਮਤ ਨੇ ਇੱਕ ਚਾਲ ਖੇਡੀ ਅਤੇ ਮੇਰੀ ਮਾਂ ਆਪਣੇ ਦੂਜੇ ਪੁੱਤਰ ਦੇ ਜਨਮ ਤੋਂ ਬਾਅਦ ਸਾਨੂੰ ਸਦਾ ਲਈ ਛੱਡ ਕੇ ਚਲੀ ਗਈ। ਛੋਟੀ ਉਮਰ ਵਿੱਚ ਮੇਰੇ ਭਰਾ ਦੀ ਜ਼ਿੰਮੇਵਾਰੀ ਮੇਰੇ ਤੇ ਆ ਗਈ। ਪਿਤਾ ਜੀ ਕੰਮ ਤੇ ਚਲੇ ਜਾਂਦੇ। ਉਹ ਸਵੇਰੇ ਘਰੋਂ ਨਿਕਲਦੇ ਅਤੇ ਸ਼ਾਮ ਨੂੰ ਘਰ ਵਾਪਸ ਆਉਂਦੇ। ਮੈਂ ਆਪਣੇ ਤੋਂ 7 ਸਾਲ ਛੋਟੇ ਭਰਾ ਨੂੰ ਸਾਰਾ ਦਿਨ ਸੰਭਾਲਦੀ ਰਹਿੰਦੀ। ਨਾ ਮੈਂ ਬਚਪਨ ਦੀ ਕੋਈ ਖੁਸ਼ੀ ਦੇਖੀ ਅਤੇ ਨਾ ਹੀ ਕਿਸੇ ਖਿਡੌਣੇ ਨਾਲ ਖੇਡਿਆ। ਘਰ ਅਤੇ ਭਰਾ ਦੀ ਜ਼ਿੰਮੇਵਾਰੀ ਤੋਂ ਬਾਅਦ ਮੇਰੇ ਕੋਲ ਸਮਾਂ ਨਹੀਂ ਸੀ। ਮੇਰੇ ਪਿਤਾ ਨੇ ਮੈਨੂੰ ਆਪਣੀ ਪੜ੍ਹਾਈ ਵੀ ਨਹੀਂ ਕਰਨ ਦਿੱਤੀ ਕਿਉਂਕਿ ਜੇਕਰ ਮੈਂ ਸਕੂਲ ਜਾਂਦੀ ਤਾਂ ਘਰ ਕੌਣ ਸੰਭਾਲਦਾ। ਇਸ ਲਈ ਮੈਂ ਪੜ੍ਹਾਈ ਨਹੀਂ ਕੀਤੀ ਅਤੇ ਆਪਣਾ ਸਾਰਾ ਧਿਆਨ ਆਪਣੇ ਭਰਾ 'ਤੇ ਲਗਾ ਦਿੱਤਾ।
ਮੇਰਾ ਛੋਟਾ ਭਰਾ ਬਹੁਤ ਸ਼ਰਾਰਤੀ ਸੀ। ਘਰ ਦੇ ਕੰਮਾਂ ਦੇ ਨਾਲ ਉਹ ਉਸ 'ਤੇ ਵੀ ਤਿੱਖੀ ਨਜ਼ਰ ਰੱਖਦੀ ਸੀ। ਪਰ ਜੇ ਕਦੇ ਮੇਰੇ ਵੱਲੋਂ ਕੋਈ ਮਾਮੂਲੀ ਜਿਹੀ ਗਲਤੀ ਹੋ ਜਾਂਦੀ ਜਾਂ ਮੇਰੇ ਭਰਾ ਨੂੰ ਮਾਮੂਲੀ ਜਿਹੀ ਸੱਟ ਲੱਗ ਜਾਂਦੀ ਤਾਂ ਪਿਤਾ ਜੀ ਮੈਨੂੰ ਬੁਰੀ ਤਰ੍ਹਾਂ ਕੁੱਟਦੇ ਸਨ। ਵਿੱਕੀ ਪਿਤਾ ਜੀ ਨੂੰ ਬਹੁਤ ਪਿਆਰਾ ਸੀ। ਜੇ ਉਸ ਨੂੰ ਝਰੀਟ ਵੀ ਆ ਜਾਵੇ ਤਾਂ ਪਿਤਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਸਨ, ਜਦੋਂ ਕਿ ਮੇਰੇ ਪਿਤਾ ਜੀ ਮੇਰੀ ਵੱਡੀ ਤੋਂ ਵੱਡੀ ਤਕਲੀਫ ਵੀ ਨਹੀਂ ਦੇਖਦੇ ਸਨ। ਛੋਟੀ ਉਮਰ ਤੋਂ ਕੰਮ ਕਰਨ ਕਾਰਨ ਮੇਰੇ ਹੱਥ ਥਾਂ ਸੜ ਜਾਂਦੇ ਸਨ, ਪਰ ਪਿਤਾ ਜੀ ਨੇ ਮੈਨੂੰ ਕਦੇ ਨਹੀਂ ਪੁੱਛਿਆ, ਮੱਚੇ ਹੋਏ ਹੱਥਾਂ ਵੱਲ ਤੱਕਿਆ ਵੀ ਨਹੀਂ ਤੇ ਕਦੇ ਮੇਰੀ ਦਰਦ ਮਹਿਸੂਸ ਨਹੀਂ ਕੀਤਾ। ਮੈਂ ਬਿਮਾਰ ਹੋ ਜਾਂਦੀ ਜਾਂ ਜਦੋਂ ਉਦਾਸ ਹੁੰਦੀ ਤਾਂ ਰਸੋਈ ਵਿੱਚ ਲੁਕ ਕੇ ਰੋ ਲੈਂਦੀ ਸੀ। ਕਈ ਵਾਰ ਵਿੱਕੀ ਨੂੰ ਜਦੋਂ ਮੈਂ ਚੰਗਾ ਮਾੜਾ ਸਿਖਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਮੇਰੀ ਝੂਠੀ ਸ਼ਿਕਾਇਤ ਮੇਰੇ ਪਿਤਾ ਜੀ ਕੋਲ ਲੈ ਜਾਂਦਾ ਅਤੇ ਪਿਤਾ ਜੀ ਮੈਨੂੰ ਝਿੜਕਦੇ। ਜਦੋਂ ਵਿੱਕੀ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਤਾਂ ਉਸ ਦੇ ਅੰਕ ਚੰਗੇ ਨਹੀਂ ਸਨ। ਉਸ ਨੂੰ ਕਿਸੇ ਚੰਗੇ ਕਾਲਜ ਵਿੱਚ ਦਾਖਲਾ ਨਾ ਮਿਲ ਸਕਿਆ, ਇਸ ਲਈ ਪਿਤਾ ਨੇ ਉਸ ਨੂੰ ਦੂਰ ਦੁਹਾਰੇ ਦੇ ਕਾਲਜ ਵਿੱਚ ਦਾਖਲਾ ਦਿਵਾਇਆ ਅਤੇ ਉਹ ਹੋਸਟਲ ਵਿੱਚ ਰਹਿਣ ਲੱਗ ਪਿਆ। ਮੈਂ ਆਪਣੇ ਪਿਤਾ ਨਾਲ ਭੀੜ ਵਿੱਚ ਇਕੱਲੇ ਰਹਿ ਗਈ ਸੀ। ਵਿੱਕੀ ਦੇ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਉਸ ਦੀ ਬਦੌਲਤ ਹੀ ਮੇਰੀ ਜ਼ਿੰਦਗੀ ਵਿੱਚ ਕੁਝ ਸੀ। ਵਿੱਕੀ ਦੇ ਜਾਣ ਤੋਂ ਬਾਅਦ ਹੁਣ ਇਹ ਘਰ ਵੀਰਾਨ ਹੋ ਗਿਆ ਸੀ। ਵਿੱਕੀ ਦੇ ਚਲੇ ਜਾਣ ਤੋਂ ਬਾਅਦ ਪਾਪਾ ਵੀ ਮੇਰੇ ਨੇੜੇ ਹੋ ਗਏ। ਉਹ ਮੈਨੂੰ ਪੁੱਛਦੇ ਸਨ ਅਤੇ ਫਿਰ ਇਸ ਗੱਲ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ। ਮੇਰੇ ਪਿਤਾ ਜੀ ਅਕਸਰ ਮੇਰੇ ਕਮਰੇ ਵਿੱਚ ਆਉਂਦੇ ਅਤੇ ਮੇਰੇ ਨਾਲ ਘੰਟਿਆਂ ਬੱਧੀ ਸਮਾਂ ਬਿਤਾਉਂਦੇ ਹੋਏ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਸਨ। ਜਿਵੇਂ ਜਿਵੇਂ ਉਹ ਬੁੱਢੇ ਹੋ ਰਹੇ ਸੀ, ਉਹਨਾਂ ਦੇ ਸੁਭਾਅ ਵਿੱਚ ਵੀ ਬਦਲਾਅ ਆ ਗਿਆ ਅਤੇ ਉਹਨਾਂ ਦੇ ਮਨ ਵਿੱਚ ਮੈਨੂੰ ਆਪਣੇ ਲਈ ਪਿਆਰ ਮਹਿਸੂਸ ਹੋਣ ਲੱਗਾ। ਇਸੇ ਗੱਲ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ। ਵਿੱਕੀ ਨੂੰ ਗਿਆ 5 ਸਾਲ ਹੋਣ ਵਾਲੇ ਸਨ, ਪਰ ਉਹ ਮੁੜਿਆ ਨਹੀਂ। ਪਾਪਾ ਉਸ ਨੂੰ ਬਹੁਤ ਪੈਸਾ ਭੇਜਦੇ ਸਨ। ਜਦੋਂ ਵੀ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਹੁਣ ਵਿੱਕੀ ਨੂੰ ਘਰ ਬੁਲਾਓ, ਮੇਰੇ ਪਿਤਾ ਜੀ ਨੇ ਇਨਕਾਰ ਕਰ ਦਿੱਤਾ ਅਤੇ ਪਿਆਰ ਨਾਲ ਕਹਿੰਦੇ ਕਿ ਮੇਰੀ ਕੋਮਲ ਹੈ ਮੇਰੇ ਨਾਲ। ਪਰ ਜਲਦੀ ਹੀ ਪਾਪਾ ਦੇ ਇਸ ਬਦਲਦੇ ਸੁਭਾਅ ਦਾ ਰਾਜ ਵੀ ਖੁੱਲ੍ਹ ਗਿਆ। ਵਿੱਕੀ ਨੇ ਇੱਕ ਅਮੀਰ ਕੁੜੀ ਨਾਲ ਵਿਆਹ ਕਰ ਲਿਆ ਸੀ ਅਤੇ ਉਹ ਉਹਨਾਂ ਦੇ ਬੰਗਲੇ ਵਿੱਚ ਸ਼ਿਫਟ ਹੋ ਗਿਆ ਸੀ। ਨਾ ਹੀ ਉਹ ਵਾਪਸ ਆਉਣਾ ਚਾਹੁੰਦਾ ਸੀ, ਨਾ ਹੀ ਉਹ ਸਾਡੇ ਨਾਲ ਕੋਈ ਸੰਬੰਧ ਰੱਖਣਾ ਚਾਹੁੰਦਾ ਸੀ, ਪਰ ਪਾਪਾ ਆਪਣੇ ਪੁੱਤਰ ਦੀ ਇਸ ਗੱਲ ਨੂੰ ਰਾਜ ਰੱਖਣਾ ਚਾਹੁੰਦੇ ਸਨ। ਮੈਂ ਵੀ ਆਪਣੇ ਪਿਤਾ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਆਪਣੇ ਪਿਤਾ ਨੂੰ ਸਾਰੀਆਂ ਪੁਰਾਣੀਆਂ ਗੱਲਾਂ ਲਈ ਮਾफ़ ਕਰ ਦਿੱਤਾ ਤੇ ਆਪਣੇ ਪਿਤਾ ਦਾ ਪਿਆਰ ਕਬੂਲ ਕਰਨ ਤੋਂ ਬਾਅਦ ਮੈਂ ਉਹਨਾਂ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ ਸੀ। ਪਰ ਕੁਝ ਸਮੇਂ ਵਿੱਚ ਹੀ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਪਿਤਾ ਜੀ ਮੇਰੇ ਲਈ ਆਉਣ ਵਾਲੇ ਹਰ ਰਿਸ਼ਤੇ ਨੂੰ ਠੁਕਰਾ ਦਿੰਦੇ ਹਨ ਜਾਂ ਰਿਸ਼ਤਾ ਆਪਣੇ ਆਪ ਹੀ ਟੁੱਟ ਜਾਂਦਾ ਹੈ। ਕੁਝ ਸਾਲਾਂ ਤੱਕ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਪਿਤਾ ਜੀ ਨੇ ਵਿਆਹ ਦੇ ਨਾਂ 'ਤੇ ਮੈਨੂੰ ਗੋਲੀਆਂ ਖਵਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਤਰ੍ਹਾਂ ਹੁਣ ਰਾਮ ਨਾਲ ਮੇਰੇ ਵਿਆਹ ਹੋ ਗਿਆ ਸੀ, ਇਸ ਲਈ ਵਿਆਹ ਵਾਲੀ ਰਾਤ ਮੈਨੂੰ ਆਪਣੀ ਅਜਿਹੀ ਤਸਵੀਰ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਆਪਣੀਆਂ ਨਜ਼ਰਾਂ 'ਚੋਂ ਹੀ ਡਿੱਗ ਪਈ। ਮੈਂ ਰਾਮ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਤਸਵੀਰ ਮੇਰੀ ਨਹੀਂ ਸੀ ਅਤੇ ਨਾ ਹੀ ਮੈਨੂੰ ਇਸ ਬਾਰੇ ਕੁਝ ਪਤਾ ਸੀ, ਪਰ ਮੇਰੀ ਗੱਲ ਸੁਣ ਕੇ ਰਾਮ ਨੇ ਮੇਰੇ ਵੱਲ ਬੜੀ ਨਫ਼ਰਤ ਨਾਲ ਦੇਖਿਆ ਤੇ ਕਿਹਾ ਕਿ ਤੂੰ ਬੜੀ ਢੀਠ ਹੈ, ਝੂਠ ਤੇ ਝੂਠ ਬੋਲ ਰਹੀ ਹੈ। ਧਿਆਨ ਨਾਲ ਦੇਖ, ਇਹ ਤੁਹਾਡਾ ਕਮਰਾ ਹੀ ਹੈ। ਇਸ ਲਈ ਮੈਂ ਧਿਆਨ ਨਾਲ ਦੇਖਿਆ ਤੇ ਇਹ ਅਸਲ ਵਿੱਚ ਮੇਰਾ ਕਮਰਾ ਸੀ। ਕੰਧ ਦਾ ਉਹੀ ਨੀਲਾ ਰੰਗ ਮੇਰੀ ਬਰਬਾਦੀ ਦੀ ਕਹਾਣੀ ਬਿਆਨ ਕਰ ਰਿਹਾ ਸੀ। ਮੈਨੂੰ ਖੁਦ ਨਹੀਂ ਪਤਾ ਸੀ ਕਿ ਮੇਰੀ ਫੋਟੋ ਕਦੋਂ ਅਤੇ ਕਿਸ ਨੇ ਲਈ ਸੀ, ਪਰ ਰਾਮ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਬਹੁਤ ਇੰਤਜ਼ਾਰ ਬਾਅਦ ਮੇਰਾ ਵਿਆਹ ਹੋਇਆ ਸੀ ਅਤੇ ਵਿਆਹ ਦੀ ਪਹਿਲੀ ਰਾਤ ਵਿੱਚ ਹੀ ਮੈਂ ਬਰਬਾਦ ਹੋ ਗਈ ਸੀ। ਪਹਿਲਾਂ ਮੈਨੂੰ ਰਾਮ ਨੇ ਕਿਹਾ ਕਿ ਮੈਂ ਇੱਕ ਰਾਤ ਉਸਦੇ ਘਰ ਬਿਤਾ ਸਕਦਾ ਹਾਂ, ਪਰ ਆਉਣ ਵਾਲੀ ਸਵੇਰ ਸਾਡਾ ਕੋਈ ਰਿਸ਼ਤਾ ਨਹੀਂ ਹੋਵੇਗਾ। ਰਾਮ ਦੇ ਇਸ ਬਿਆਨ ਨਾਲ ਮੇਰਾ ਲੂੰ ਕੰਡਾ ਖੜਾ ਹੋ ਗਿਆ। ਮੈਂ ਆਪਣੇ ਪਿਤਾ ਦੇ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਸੀ। ਰਾਮ ਦੇ ਪੈਰਾਂ ਵਿੱਚ ਬੈਠ ਕੇ ਮੈਂ ਹੱਥ ਜੋੜ ਕੇ ਮਿੰਨਤਾਂ ਕਰਨ ਲੱਗੀ ਕਿ ਤਸਵੀਰ ਮੇਰੀ ਨਹੀਂ ਹੈ। ਮੈਂ ਕਦੇ ਅਜਿਹੀ ਤਸਵੀਰ ਨਹੀਂ ਖਿਚਵਾਈ ਅਤੇ ਨਾ ਹੀ ਮੈਂ ਗਲਤ ਕੁੜੀ ਹਾਂ। ਮੈਂ ਤੁਹਾਡੇ ਨਾਲ ਇੱਜ਼ਤ ਨਾਲ ਵਿਆਹ ਕੀਤਾ ਹੈ ਅਤੇ ਤੁਹਾਡੇ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹਾਂ। ਪਰ ਰਾਮ 'ਤੇ ਮੇਰੀ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਮੈਂ ਸਾਰੀ ਰਾਤ ਰਾਮ ਅੱਗੇ ਹੱਥ ਜੋੜ ਕੇ ਉਸ ਨੂੰ ਆਪਣੀ ਬੇਗੁਨਾਹੀ ਦਾ ਯਕੀਨ ਦਿਵਾਇਆ।
ਪਰ ਪਹਿਲਾਂ ਤਾਂ ਉਸ ਨੇ ਮੇਰੀ ਕੋਈ ਗੱਲ ਨਹੀਂ ਮੰਨੀ ਅਤੇ ਫਿਰ ਸਵੇਰ ਜਦੋਂ ਉਸ ਦੀ ਵੱਡੀ ਭੈਣ ਕਮਰੇ ਵਿੱਚ ਆਈ ਤਾਂ ਮੈਂ ਸਾਰੀ ਸੱਚਾਈ ਦੱਸ ਕੇ ਆਪਣਾ ਫੈਸਲਾ ਸੁਣਾ ਦਿੱਤਾ। ਉਹ ਆਪਣੀ ਜ਼ਿੰਦਗੀ ਵਿੱਚ ਮੈਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ ਸੀ। ਰਾਮ ਦੀ ਵੱਡੀ ਭੈਣ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਅਤੇ ਰਾਮ ਨੂੰ ਕਿਹਾ ਕਿ ਜਲਦਬਾਜ਼ੀ ਵਿੱਚ ਕੋਈ ਗਲਤ ਫੈਸਲਾ ਲੈਣ ਦੀ ਲੋੜ ਨਹੀਂ ਹੈ। ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕਰੋ, ਕਿਉਂਕਿ ਕੋਮਲ ਵੀ ਇਹ ਮੰਨਣ ਲਈ ਤਿਆਰ ਨਹੀਂ ਹੈ। ਜੇਕਰ ਇਹ ਤਸਵੀਰ ਉਸ ਦੀ ਹੈ ਤਾਂ ਸਾਨੂੰ ਪਹਿਲਾਂ ਪੂਰੀ ਸੱਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ। ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਿੱਚ ਤੁਸੀਂ ਕਿਸੇ ਬਗਾਨੇ ਨਾਲ ਬੇਇਨਸਾਫੀ ਕਰ ਦਿਓ। ਰਾਮ ਦੀ ਭੈਣ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਮੇਰੀ ਅਜਿਹੀ ਤਸਵੀਰ ਦੇਖਣ ਦੇ ਬਾਵਜੂਦ ਉਹ ਮੇਰੇ ਖਿਲਾਫ ਨਹੀਂ ਸੀ, ਸਗੋਂ ਮੈਨੂੰ ਇੱਕ ਮੌਕਾ ਦੇਣਾ ਚਾਹੁੰਦੀ ਸੀ। ਉਹ ਮੈਨੂੰ ਬੜੇ ਸਹਿਜ ਨਾਲ ਪੁੱਛਣ ਲੱਗੀ, ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਨੇ ਤੁਹਾਡੀ ਅਜਿਹੀ ਤਸਵੀਰ ਲਈ ਹੋਵੇ ਅਤੇ ਤੁਹਾਨੂੰ ਪਤਾ ਵੀ ਨਾ ਹੋਵੇ? ਤੁਸੀਂ ਨੀਂਦ ਦੀਆਂ ਕਿਹੜੀਆਂ ਗੋਲੀਆਂ ਲੈਂਦੇ ਹੋ? ਮੈਂ ਉਸਨੂੰ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਪਰ ਜਦੋਂ ਵੀ ਮੈਂ ਆਪਣੇ ਪਿਤਾ ਵੱਲੋਂ ਦਿੱਤੀਆਂ ਗੋਲੀਆਂ ਖਾਂਦੀ ਹਾਂ ਤਾਂ ਮੈਨੂੰ ਗੂੜ੍ਹੀ ਨੀਂਦ ਆਉਂਦੀ ਹੈ। ਮੇਰੀ ਗੱਲ ਸੁਣ ਕੇ ਉਹ ਹੈਰਾਨੀ ਨਾਲ ਕਹਿਣ ਲੱਗੀ, ਤੇਰਾ ਪਿਤਾ ਤੈਨੂੰ ਕਿਹੜੀਆਂ ਗੋਲੀਆਂ ਖਵਾਉਂਦਾ ਹੈ? ਤੇ ਫਿਰ ਮੈਂ ਉਸਨੂੰ ਕਿਹਾ, ਉਹ ਵਿਆਹ ਲਈ ਮੈਨੂੰ 7 ਗੋਲੀਆਂ ਖਵਾਉਂਦੇ ਸਨ। ਇਹ ਸੁਣ ਕੇ ਰਾਮ ਅਤੇ ਦੀਦੀ ਦੋਵੇਂ ਹੈਰਾਨ ਰਹਿ ਗਏ ਅਤੇ ਦੀਦੀ ਕਹਿਣ ਲੱਗੇ, ਇਹ ਕਿਹੜੀਆਂ ਗੋਲੀਆਂ ਹਨ? ਤੁਸੀਂ ਸ਼ਾਇਦ ਪੜ੍ਹੇ ਲਿਖੇ ਨਹੀਂ ਹੋ ਅਤੇ ਸਾਰੀ ਉਮਰ ਆਪਣੇ ਪਿਤਾ ਨਾਲ ਘਰ ਵਿੱਚ ਰਹੇ ਹੋ, ਇਸ ਲਈ ਤੁਸੀਂ ਉਹਨਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਦੇ ਰਹੇ। ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ, ਕਿਉਂਕਿ ਤੇਰੇ ਪਿਤਾ ਜੀ ਨਹੀਂ ਚਾਹੁੰਦੇ ਸਨ ਕਿ ਤੇਰਾ ਵਿਆਹ ਹੋਵੇ ਅਤੇ ਕਿਸੇ ਮੇਲ ਜੋਲ ਵਾਲੇ ਨੇ ਮੈਨੂੰ ਕਿਹਾ ਸੀ ਕਿ ਅੱਜ ਤੱਕ ਤੇਰੇ ਪਿਤਾ ਜੀ ਆਪ ਹੀ ਤੇਰੇ ਘਰ ਆਉਣ ਵਾਲੇ ਹਰ ਰਿਸ਼ਤੇ ਨੂੰ ਠੁਕਰਾ ਰਹੇ ਸਨ। ਜੇਕਰ ਤੁਹਾਨੂੰ ਕੋਈ ਸ਼ੱਕ ਹੈ ਕਿ ਇਹ ਤਸਵੀਰ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਖਿਚਵਾਈ ਤਾਂ ਆਓ ਹੁਣੇ ਸੱਚਾਈ ਦਾ ਪਤਾ ਕਰੀਏ। ਸਭ ਤੋਂ ਪਹਿਲਾਂ ਉਹਨਾਂ ਨੇ ਪਤਾ ਲਗਾਇਆ ਕਿ ਤਸਵੀਰ ਕਿੱਥੋਂ ਆਈ ਹੈ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਇਹ ਤਸਵੀਰ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਪਿਤਾ ਨੇ ਹੀ ਭੇਜੀ ਹੈ। ਉਸ ਤਸਵੀਰ ਵਿੱਚ ਮੈਂ ਆਪਣੇ ਕਮਰੇ ਵਿੱਚ ਆਪਣੇ ਹੀ ਬੈੱਡ ਤੇ ਪਈ ਸੀ ਅਤੇ ਮੇਰੇ ਨਾਲ ਇੱਕ ਆਦਮੀ ਸੀ ਜਿਸ ਦਾ ਚਿਹਰਾ ਤਸਵੀਰ ਵਿੱਚ ਨਹੀਂ ਸੀ। ਜਿਸ ਹਾਲਤ ਵਿੱਚ ਮੈਂ ਆਪਣੇ ਮੰਜੇ ਤੇ ਲੇਟੀ ਹੋਈ ਸੀ, ਉਸ ਨੂੰ ਦੇਖ ਕੇ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ। ਮੈਂ ਬਿਨਾਂ ਸੂਟ ਤੋਂ ਆਪਣੇ ਬਿਸਤਰੇ ਤੇ ਲੇਟੀ ਹੋਈ ਸੀ। ਨਾਲ ਹੀ ਇੱਕ ਆਦਮੀ ਵੀ ਮੇਰੇ ਵੱਲ ਪਿੱਠ ਕਰਕੇ ਪਿਆ ਸੀ। ਜਦੋਂ ਸਾਰਿਆਂ ਨੂੰ ਪਤਾ ਲੱਗਾ ਮੇਰੇ ਪਿਤਾ ਜੀ ਨੇ ਤਸਵੀਰ ਭੇਜੀ ਸੀ, ਰਾਮ ਨੇ ਮੇਰੇ ਪਿਤਾ ਨੂੰ ਬੁਲਾ ਕੇ ਕਿਹਾ ਕਿ ਮੈਂ ਕੋਮਲ ਨੂੰ ਕਿਸੇ ਵੀ ਕੀਮਤ ਤੇ ਨਹੀਂ ਛੱਡਾਂਗਾ, ਇਸ ਲਈ ਬਿਹਤਰ ਹੈ ਕਿ ਤੁਸੀਂ ਖੁਦ ਹੀ ਸਭ ਕੁਝ ਦੱਸੋ। ਮੇਰੇ ਪਿਤਾ ਜੀ ਮੇਰੇ ਵੱਲ ਦੇਖਿਆ ਅਤੇ ਕਾਫੀ ਦੇਰ ਬਾਅਦ ਕਹਿਣ ਲੱਗੇ, ਮੈਂ ਕੋਮਲ ਦਾ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਮੈਂ ਇਕੱਲਾ ਰਹਿ ਗਿਆ ਸੀ। ਮੈਂ ਆਪਣੇ ਪੁੱਤਰ ਨੂੰ ਬੜੇ ਪਿਆਰ ਨਾਲ ਇਹ ਸੋਚ ਕੇ ਪਾਲਿਆ ਸੀ ਕਿ ਉਹ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ, ਪਰ ਉਸਨੇ ਮੈਨੂੰ ਛੱਡ ਦਿੱਤਾ। ਮੈਂ ਬੁਢਾਪੇ ਵਿੱਚ ਇਕੱਲਾ ਨਹੀਂ ਰਹਿਣਾ ਚਾਹੁੰਦਾ ਸੀ, ਇਸ ਲਈ ਮੈਂ ਫੈਸਲਾ ਕੀਤਾ ਸੀ ਕਿ ਮੈਂ ਕੋਮਲ ਦਾ ਕਦੇ ਵਿਆਹ ਨਹੀਂ ਕਰਾਂਗਾ। ਪਰ ਫਿਰ ਕੋਮਲ ਨੇ ਵਿਆਹ ਦੇ ਨਾਂ 'ਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ, ਇਸ ਲਈ ਮੈਂ ਉਸ ਦਾ ਵਿਆਹ ਕਰਵਾਉਣ ਲਈ ਮਜਬੂਰ ਹੋ ਗਿਆ, ਉਸ ਨੂੰ ਇਹ ਦਿਖਾਉਣਾ ਲਈ ਕਿ ਮੈਂ ਉਸ ਦੇ ਵਿਆਹ ਦੇ ਖਿਲਾਫ ਨਹੀਂ ਹਾਂ। ਪਰ ਸੱਚਾਈ ਇਹ ਸੀ ਕਿ ਮੈਂ ਕਦੇ ਨਹੀਂ ਚਾਹੁੰਦਾ ਸੀ ਕਿ ਕੋਮਲ ਮੇਰੇ ਘਰ ਨੂੰ ਛੱਡ ਕੇ ਜਾਵੇ। ਇਸ ਲਈ ਮੈਂ ਜਾਣਬੁੱਝ ਕੇ ਕੋਮਲ ਦੀ ਅਜਿਹੀ ਤਸਵੀਰ ਖਿੱਚ ਕੇ ਤੁਹਾਨੂੰ ਭੇਜ ਦਿੱਤੀ। ਤਸਵੀਰਾਂ 'ਚ ਕੋਮਲ ਦੇ ਨਾਲ ਇਹ ਕੋਈ ਹੋਰ ਨਹੀਂ ਮੈਂ ਹਾਂ। ਕੋਮਲ ਬੇਹੋਸ਼ੀ ਵਿੱਚ ਸੀ, ਉਹੀ ਦਵਾਈ ਜੋ ਮੈਂ ਉਸ ਦੇ ਵਿਆਹ ਦੇ ਨਾਂ 'ਤੇ ਖਵਾ ਕੇ ਸੁਆ ਦਿੰਦਾ ਸੀ। ਮੈਂ ਸੋਚਿਆ ਕਿ ਕੋਮਲ ਦੀ ਅਜਿਹੀ ਤਸਵੀਰ ਦੇਖ ਕੇ ਤੁਸੀਂ ਉਸ ਨੂੰ ਤੁਰੰਤ ਤਲਾਕ ਦੇ ਦਿਓਗੇ, ਪਰ ਜਦੋਂ ਰਾਤ ਇੰਤਜ਼ਾਰ ਕਰਨ ਤੋਂ ਬਾਅਦ ਕੋਮਲ ਘਰ ਨਹੀਂ ਪਰਤੀ ਤਾਂ ਮੈਨੂੰ ਪਤਾ ਲੱਗਾ ਕਿ ਤੁਸੀਂ ਵਾਪਸ ਨਹੀਂ ਆਓਗੇ। ਪਿਤਾ ਜੀ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ ਅਤੇ ਮੇਰੇ ਪਿਤਾ ਨੇ ਆਪਣੇ ਬੁਢਾਪੇ ਨੂੰ ਬਚਾਉਣ ਲਈ ਮੇਰੇ ਵਿਆਹ ਨਾ ਕਰਨ ਦਾ ਫੈਸਲਾ ਕੀਤਾ। ਨਾ ਹੀ ਉਸਨੇ ਮੇਰੀਆਂ ਇੱਛਾਵਾਂ ਦੀ ਪਰਵਾਹ ਕੀਤੀ, ਨਾ ਹੀ ਉਸ ਨੂੰ ਮੇਰੀਆਂ ਭਾਵਨਾਵਾਂ ਦਾ ਅਹਿਸਾਸ ਸੀ। ਜੇ ਭੈਣ ਨੇ ਸਮਝਦਾਰੀ ਤੋਂ ਕੰਮ ਨਾ ਲਿਆ ਹੁੰਦਾ ਤਾਂ ਸ਼ਾਇਦ ਮੇਰਾ ਘਰ ਤਬਾਹ ਹੋ ਜਾਣਾ ਸੀ ਅਤੇ ਪਿਤਾ ਆਪਣੇ ਮਨਸੂਬੇ ਵਿੱਚ ਕਾਮਯਾਬ ਹੋ ਜਾਣਾ ਸੀ। ਪਹਿਲਾਂ ਮੇਰੇ ਤੋਂ ਮਾफ़ੀ ਮੰਗਣ ਤੋਂ ਬਾਅਦ ਰਾਮ ਨੇ ਮੈਨੂੰ ਜੱਫੀ ਪਾ ਲਈ। ਉਸਨੇ ਇੱਕ ਤਸਵੀਰ ਦੇ ਪਿੱਛੇ ਮੇਰੇ ਬਾਰੇ ਬਹੁਤ ਗਲਤ ਸੋਚਿਆ। ਮੈਂ ਦੀਦੀ ਦੀ ਧੰਨਵਾਦੀ ਸੀ। ਮੈਂ ਆਪਣੇ ਪਿਤਾ ਨੂੰ ਵੀ ਮਾफ़ ਕਰ ਦਿੱਤਾ ਕਿਉਂਕਿ ਉਹ ਮੇਰੇ ਨਾਲ ਸੀ ਜਿਵੇਂ ਵੀ ਸੀ ਮੇਰੇ ਪਿਤਾ ਜੀ ਸੀ।
ਮੇਰੇ ਪਿਤਾ ਜੀ ਨੇ ਇਹ ਆਪਣੇ ਇਕੱਲੇ ਰਹਿਣ ਦੇ ਡਰ ਤੋਂ ਕੀਤਾ। ਦੋਸਤੋ, ਇਸ ਦੁਨੀਆ ਵਿੱਚ ਸੱਚਮੁੱਚ ਅਜੇ ਮਾਪੇ ਹਨ ਜੋ ਆਪਣੇ ਹੀ ਬੱਚਿਆਂ ਦੇ ਵਿਆਹ ਤੋਂ ਡਰਦੇ ਹਨ, ਇਹ ਸੋਚ ਕੇ ਕਿ ਸ਼ਾਇਦ ਉਹ ਇਕੱਲੇ ਨਾ ਰਹਿ ਜਾਣ। ਜੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਦਿਓ ਤਾਂ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਜ਼ਰੂਰ ਲਾਈਕ ਕਰੋ ਅਤੇ ਕਹਾਣੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ।